ਤੇ ਹੁਣ ਜਦੋਂ ਬਾਕੀ ਮੁਲਕ ਵੀ ਜਿਹੜੇ ਨੇ ਮਾਨਤਾ ਦੇਣ ਨੂੰ ਤਿਆਰ ਨੇ, ਯੂਐਨਓ ਦੇ ਵਿੱਚ ਵੀ ਉਹੋ ਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਜੀ ਇਹਨਾਂ ਨੂੰ ਮਾਨਤਾ ਦਿੱਤੀ ਜਾਵੇ। ਥੋੜੇ ਬਹੁਤੇ ਗੇੜ ਪੇਚ ਤੋਂ ਬਾਅਦ ਮੋਦੀ ਸਰਕਾਰ ਵੀ, ਭਾਰਤ ਸਰਕਾਰ ਵੀ ਤਾਲਿਬਾਨ ਨੂੰ ਮਾਨਤਾ ਦਊਗੀ। ਜਿਹੜਾ ਮੀਡੀਆ ਲਗਾਤਾਰ ਕੁੱਤੇ ਭਕਾਈ ਕਰਦਾ ਰਿਹਾ ਵੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਬੜੇ ਭੈੜੇ ਆ, ਬੜੇ ਮਾੜੇ ਆ, ਮੈਨੂੰ ਲੱਗਦਾ ਇਸੇ ਮੀਡੀਆ ਦੇ ਵਿੱਚ ਖਬਰਾਂ ਆਇਆ ਕਰਨਗੀਆਂ ਵੀ ਅੱਜ ਤਾਲਿਬਾਨ ਦਾ ਫਲਾਨਾ ਨੇਤਾ ਇੰਡੀਆ ਆਇਆ ਹੋਇਆ, ਉਹਨੂੰ ਰੈੱਡ ਕਾਰਪਟ ਤੇ ਵੈਲਕਮ ਕੀਤਾ ਜਾ ਰਿਹਾ। ਤੇ ਜਿਹੜੀਆਂ ਕੌਮਾਂ ਨੇ ਆਪਦੇ ਹੱਕ ਲੈਣੇ ਹੋਣ, ਜਿਨ੍ਹਾਂ ਕੌਮਾਂ ਦੇ ਭਾਰਤ ਨਾਲ ਪੇਚਾ ਪਿਆ ਹੋਵੇ, ਉਹਨਾਂ ਨੂੰ ਭਾਰਤੀ ਮੀਡੀਆ ਤੇ ਨਹੀਂ ਯਕੀਨ ਕਰਨਾ ਚਾਹੀਦਾ। ਉਹਨਾਂ ਨੂੰ ਆਪਦੀ ਕੌਮ ਦੇ ਉੱਤੇ, ਕੌਮ ਦੇ ਆਗੂਆਂ ਉੱਤੇ ਯਕੀਨ ਕਰਨਾ ਚਾਹੀਦਾ। ਪੰਜ ਸ਼ੀਰ ਦੀਆਂ ਪਹਾੜੀਆਂ ਵਾਲੇ ਇਲਾਕੇ 'ਚ ਬਗਾਵਤ ਹੋਈ, ਉਹਨੂੰ ਵੀ ਉਹਨਾਂ ਨੇ ਮਸੂਦ ਨਾਲ ਕਿਵੇਂ ਹੈਂਡਲ ਕਰਨਾ, ਜਿਨ੍ਹਾਂ ਨੂੰ ਇਹ ਸਮਝ ਆ ਕਿ ਪਹਿਲਾਂ ਆਮ ਮਾਫੀ ਦਿੱਤੇ ਬਗੈਰ ਅਸੀਂ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦੇ, ਜਿਨ੍ਹਾਂ ਨੂੰ ਇਹ ਸਮਝ ਆ ਬਈ ਇੰਡੀਆ ਸਮੇਤ ਹਰ ਮੁਲਕ ਦੇ ਲੋਕਾਂ ਨਾਲ, ਹਰ ਮੁਲਕ ਦੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨਾਲ ਚੰਗੇ ਸੰਬੰਧ ਬਣਾਉਣੇ ਆ, ਉਹਨਾਂ ਨੂੰ ਇਹ ਕਹਿਣਾ ਕਿ ਉਹਨਾਂ ਨੂੰ ਅਕਲ ਹੀ ਨਹੀਂ, ਇਹ ਤਾਂ ਫਿਰ ਇਹ ਕਹਿਣ ਵਾਲਾ ਬੇਅਕਲ ਹੋ ਸਕਦਾ। ਜਿਹੜੇ ਅਕਾਲ ਤਖਤ ਸਾਹਿਬ ਦੀ, ਸੰਤ ਭਿੰਡਰਾਂ ਵਾਲਿਆਂ ਦੀ, ਹੋਰ ਜੁਝਾਰੂਆਂ ਦੀ ਸ਼ਹਾਦਤ ਹੋਈ, ਇਸ ਤੋਂ ਪਹਿਲਾਂ ਤਾਂ ਬੜੇ ਘੱਟ ਲੋਕ ਸੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ, ਬਹੁਤ ਘੱਟ ਲੋਕ ਸੀ। ਪਰ ਇਸ ਦਿਨ ਤੋਂ ਬਾਅਦ ਵਿੱਚ ਕੋਈ ਬਿਰਲਾ ਹੀ ਰਹਿ ਗਿਆ ਜਿਹੜਾ ਖਾਲਿਸਤਾਨ ਦਾ ਹਾਮੀ ਨਾ ਹੋਵੇ। ਇਹ ਸੀ ਜਿੱਤ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖਬਾਰਾਂ ਦੇ ਵਿੱਚ ਖਬਰਾਂ ਜਿਹੜੀਆਂ ਇਹਨਾਂ ਦਿਨਾਂ 'ਚ ਚੱਲ ਰਹੀਆਂ ਨੇ, ਉਹਦੇ ਵਿੱਚ ਅੱਜ ਇੱਥੇ ਜਿਹੜੀ ਵੱਡੀ ਖਬਰ ਅਸੀਂ ਪੜ੍ਹ ਰਹੇ ਹਾਂ ਪੰਜਾਬ ਵਿੱਚ ਇਸ ਵੇਲੇ, ਉਹ ਇਹ ਹੈ ਕਿ ਦੋਹਾ ਕਤਰ, ਜਿੱਥੇ ਸਾਰੀਆਂ ਇਸ ਵੇਲੇ ਅਫਗਾਨਿਸਤਾਨ ਨਾਲ, ਤਾਲਿਬਾਨ ਨਾਲ ਜਾਂ ਅਮਰੀਕਾ ਦੀ ਜਿਹੜੀ ਵਾਪਸੀ ਹੋ ਰਹੀ ਆ, ਉਹ ਸਾਰੀਆਂ ਖਬਰਾਂ ਦਾ, ਸਾਰੇ ਗੱਲਬਾਤ ਦਾ ਕੇਂਦਰ ਦੋਹਾ। ਤੋ ਦੋਹਾ ਕਤਰ ਦੇ ਵਿੱਚ ਕਹਿੰਦੇ ਆ ਵੀ ਭਾਰਤੀ ਰਾਜਦੂਤ ਆ ਜਿਹੜਾ ਕਤਰ ਦੇ ਵਿੱਚ, ਦੀਪਕ ਮਿੱਤਲ, ਉਹਦੀ ਤਾਲਿਬਾਨਾਂ ਦੇ ਆਗੂ ਸ਼ੇਰ ਮੁਹੰਮਦ ਅਬਾਸ ਸਤਾਨਿਕਜਈ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਦੀ ਧਰਤੀ ਆ ਜਿਹੜੀ, ਇਹਦੀ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਜਾਂ ਹੋਰ ਇਸ ਦੀਆਂ ਗੱਲਾਂ ਵਿੱਚ ਨਹੀਂ ਵਰਤੋਂ ਹੋਣੀ ਚਾਹੀਦੀ। ਭਾਰਤ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ। ਚਲੋ ਮਤਲਬ ਗੱਲਬਾਤ ਇਹ ਹੈ, ਕਾਫੀ ਗੱਲਾਂ ਬਾਤਾਂ ਹੋਈਆਂ ਹੋਣਗੀਆਂ ਜਦੋਂ ਐਡੀ ਵੱਡੀ ਮੁਲਾਕਾਤ ਹੋਈ ਹੈ, ਪਰ ਗੱਲ ਇਹ ਹੈ ਕਿ ਭਾਰਤ ਦਾ ਸਾਰਾ ਮੀਡੀਆ ਪਿਛਲੇ 15-20 ਦਿਨ ਤੋਂ ਫੱਟੇ ਚੱਕੀ ਜਾਂਦਾ ਵੀ ਜੀ ਬਸ ਤਾਲਿਬਾਨ ਬੜੇ ਮਾੜੇ ਆ, ਤਾਲਿਬਾਨਾਂ ਨਾਲ ਕੋਈ ਗੱਲ ਹੀ ਨਹੀਂ ਕਰਨੀ ਜੀ, ਚੱਕ ਦਿਆਂਗੇ, ਫੂਕ ਦਿਆਂਗੇ। ਬੜਾ ਰੰਡੀ ਰੋਣਾ ਪਾਇਆ ਹੋਇਆ ਜੀ ਤੋਂ ਸਾਡੇ ਇੱਥੇ ਭਾਰਤ ਦੇ ਵਿੱਚ ਜਿਹੜੇ ਇਹ ਚੈਨਲ ਜੇ ਸੁਣਨ ਵਾਲੇ ਲੋਕ ਨੇ ਇਕੱਲੇ, ਜਿਨ੍ਹਾਂ ਦੇ ਕੋਲੇ ਕੋਈ ਹੋਰ ਸਾਧਨ ਹੈ ਨਹੀਂ, ਉਹ ਇਹ ਸਮਝਦੇ ਆ ਵੀ ਹੁਣ ਬੜੀ ਜਲਦੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਦੇ ਨਾਲ ਜਿਹੜੀ ਤਕਰਾਰ ਜਾਂ ਟਕਰਾਅ ਜਿਹੜਾ ਹੈ ਉਹ ਬਣੇਗਾ, ਜਿਹਦੇ ਵਿੱਚ ਇੰਡੀਆ ਦੀ ਤਾਲਿਬਾਨਾਂ ਨਾਲ ਹੁਣ ਖੜਵੈਂ ਹੋਊਗੀ, ਲੜਾਈ ਹੋਊਗੀ ਤੇ ਕਈ ਗੱਲਾਂ ਇਹੋ ਜਿਹੀਆਂ ਕਰਦੇ। ਜਿਹੜਾ ਭਾਰਤ ਦਾ ਰੱਖਿਆ ਮੰਤਰੀ ਆ, ਪਹਿਲੀ ਗੱਲ ਤਾਂ ਇਹ ਆ ਵੀ ਇੱਥੇ ਮੋਦੀ ਤੋਂ ਬਗੈਰ ਹੋਰ ਕੁਝ ਦਿਖਦਾ ਹੀ ਨਹੀਂ। ਉਂਝ ਤਾਂ ਅੱਡ-ਅੱਡ ਮੰਤਰੀ ਬਣਾਏ ਹੋਏ ਨੇ ਵੀ ਇੱਕ ਅਮਿਤ ਸ਼ਾਹ ਫਲਾਨਾ ਮੰਤਰੀ ਆ ਜੀ, ਰਾਜਨਾਥ ਸਿੰਘ ਰੱਖਿਆ ਮੰਤਰੀ ਆ, ਪਰ ਹੁਣ ਕਾਫੀ ਲੰਮੇ ਅਰਸੇ ਬਾਅਦ ਸਾਡੇ ਲੋਕਾਂ ਨੂੰ ਚੇਤਾ ਆਇਆ ਹੋਣਾ ਵੀ ਰੱਖਿਆ ਮੰਤਰੀ ਤਾਂ ਰਾਜਨਾਥ ਆ। ਰਾਜਨਾਥ ਸਿੰਘ ਨੇ ਐਤਵਾਰ ਨੂੰ ਇੱਕ ਤਾਮਿਲਨਾਡੂ ਦੇ ਵਿੱਚ ਕੋਈ ਡਿਫੈਂਸ ਸਰਵਿਸ ਸਟਾਫ ਕਾਲਜ ਵਿੱਚ ਕੋਈ ਪ੍ਰੋਗਰਾਮ ਕੀਤਾ ਤੇ ਉੱਥੇ ਉਹਨੇ ਕਿਹਾ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਹਾਲਾਤ ਬਣੇ ਆ, ਤਾਲਿਬਾਨਾਂ ਦਾ ਕਬਜ਼ਾ ਹੋਇਆ, ਉਹਦੇ ਨਾਲ ਸਾਰੇ ਦੇਸ਼ਾਂ ਨੂੰ ਆਪਦੀ ਰਣਨੀਤੀ ਬਦਲਣੀ ਪੈ ਰਹੀ ਆ ਤੇ ਸਾਨੂੰ ਵੀ ਆਪਦੀ ਰਣਨੀਤੀ ਜਿਹੜੀ ਆ ਉਹ ਬਦਲਣੀ ਪਊਗੀ। ਤੇ ਇਹ ਜਿਹੜੀ ਯੁੱਧ ਵਾਲੀ ਸਥਿਤੀ ਆ, ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਆ ਵੀ ਤੁਸੀਂ ਫੈਸਲੇ ਕਿੰਨੇ ਕੁ ਜਲਦੀ ਲੈਂਦੇ।
ਇਹ ਲੜਾਈ ਸਮੂਹ ਨਾ ਸਿਰਫ ਜਲਦੀ ਹੀ ਫੈਸਲੇ ਲੈਣਗੇ ਬਲਕਿ ਲੜਾਕਿਆਂ ਦੀਆਂ ਇਕਾਈਆਂ ਤਿਆਰ ਕਰਨਗੇ। ਜੇ ਉਹ ਕਾਫੀ ਉਹਨੇ ਗੱਲਾਂ ਬਾਤਾਂ ਕੀਤੀਆਂ ਰਾਜਨਾਥ ਦੀ ਜਿਹੜੀ ਸਟੇਟਮੈਂਟ ਆਈ ਆ ਇਹਦੇ ਕਰਕੇ, ਤੇ ਜਿਹੜੀ ਦੋਹਾ ਕਤਰ ਦੇ ਵਿੱਚ ਭਾਰਤ ਦੇ ਰਾਜਦੂਤ ਦੀ ਮੁਲਾਕਾਤ ਹੋਈ ਆ ਦੀਪਕ ਮਿੱਤਲ ਦੀ ਸ਼ੇਰ ਮੁਹੰਮਦ ਅब्बास ਨਾਲ, ਤਾਲਿਬਾਨਾਂ ਦੇ ਪ੍ਰਤੀਨਿਧ ਨਾਲ, ਇਹ ਸਾਰੀਆਂ ਗੱਲਾਂ ਬਾਤਾਂ ਤੋਂ ਸਾਡੇ ਇੱਥੇ ਹੁਣ ਚਰਚਾ ਇਹ ਚੱਲ ਰਹੀ ਆ ਬਈ ਜਿੰਨਾ ਟਾਈਮ ਅਮਰੀਕਾ ਪੂਰੀ ਤਰ੍ਹਾਂ ਉਤੋਂ ਗਿਆ ਨਹੀਂ ਸੀਗਾ ਅਫਗਾਨਿਸਤਾਨ ਚੋਂ, ਉਦੋਂ ਤੱਕ ਤਾਂ ਚੀਜ਼ ਆਪਣਾ ਚੱਲਦਾ ਰਿਹਾ। ਪਰ ਹੁਣ ਲੱਗਦਾ ਕਿ ਜਦੋਂ ਸਾਰੇ ਮੁਲਕ ਜਿਹੜੇ ਨੇ ਉਹ रूस चीन ते होरना मुल्कां ने तो चलो पहले दिन तो ही पॉजिटिव रखा है अफगानिस्तान प्रति या तालिबान प्रति, ते हुण जदों बाकी मुल्क भी जिहड़े ने मानता देण नूं तैयार ने, यूएनओ दे विच भी उहो जिहियां गल्लां बातां हो रहीआं ने कि जी इन्हां नूं मानता दित्ती जावे, तां हुण लगदा इह हैगा भी थोड़े बहुते गेड़ पेच तो बाद मोदी सरकार भी भारत सरकार भी तालिबान नूं मानता देऊगी। ਤੇ ਜਿਹੜਾ ਮੀਡੀਆ ਪਿਛਲੇ ਕਈ ਦਿਨ ਤੋਂ ਚੀਕ ਚਿੰਗਾੜਾ ਜਿਹਾ ਪਾ ਕੇ ਲੋਕਾਂ ਨੂੰ ਡਰਾਈ ਫਿਰਦਾ ਵੀ ਚੱਕ ਦੇਣੇ ਆ ਫੱਟੇ, ਜਿਹੜਾ ਮੀਡੀਆ ਲਗਾਤਾਰ ਕੁੱਤੇ ਭਗਾਈ ਕਰਦਾ ਰਿਹਾ ਵੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਬੜੇ ਭੈੜੇ ਆ, ਬੜੇ ਮਾੜੇ ਆ, ਮੈਨੂੰ ਲੱਗਦਾ ਇਸੇ ਮੀਡੀਆ ਦੇ ਵਿੱਚ ਖਬਰਾਂ ਆਇਆ ਕਰਨਗੀਆਂ ਵੀ ਅੱਜ ਤਾਲਿਬਾਨ ਦਾ ਫਲਾਨਾ ਨੇਤਾ ਇੰਡੀਆ ਆਇਆ ਹੋਇਆ, ਉਹਨੂੰ ਰੈੱਡ ਕਾਰਪਟ ਤੇ ਵੈਲਕਮ ਕੀਤਾ ਜਾ ਰਿਹਾ, ਫਲਾਨੇ ਨੂੰ ਗਾਰਡ ਆਫ ਆਨਰ ਦਿੱਤਾ ਜਾ ਰਿਹਾ, ਫਲਾਨੇ ਨੂੰ ਆਹ ਕੀਤਾ ਜਾ ਰਿਹਾ। ਉਹ ਇਹੋ ਜਿਹੀਆਂ ਖਬਰਾਂ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲ ਸਕਦੀਆਂ ਨੇ। ਮੈਂ ਕੱਲ ਪਰਸੋਂ ਵੀ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਿਹੜਾ ਪੰਡਤ ਨਹਿਰੂ ਸੀ ਨਾ, ਉਹ ਕਹਿੰਦਾ ਹੁੰਦਾ ਸੀ ਬਾਤ ਉਹ ਕੀਜੀਏ ਹੋ ਜਿਸਕੇ हजार ਪਹਿਲੂ ਕੋਈ ਤੋਂ ਪਹਿਲੂ ਬਚ ਜਾਏ ਬਾਤ ਬਦਲਨੇ ਕੇ लिए। ਸੋ ਜਿਹੜੇ ਭਾਰਤੀ ਮੀਡੀਆ ਦੇ ਮਕੜ ਜਾਲ 'ਚ ਫਸ ਕੇ ਐਵੇਂ ਲੱਗੇ ਰਹਿੰਦੇ ਆ ਵੀ ਖਣੀ ਸਾਰਾ ਕੁਝ ਜਿਹੜਾ ਹੈਗਾ ਇਹ ਜਿਹੜਾ ਕੁਝ ਕਹਿ ਰਹੇ ਨੇ ਵੀ ਸੱਚ ਕਹਿ ਰਹੇ ਨੇ, ਵੀ ਇਹ ਤੋਂ ਇਹ ਡੋਲਦੇ ਨਹੀਂ, ਇਹ ਐਵੇਂ ਆਪਦੇ ਦਿਮਾਗ ਨੂੰ ਖਰਾਬ ਕਰਨ ਵਾਲੀ ਗੱਲ ਹੁੰਦੀ ਆ। ਇਸੇ ਮੀਡੀਆ ਨੇ ਜਿੱਦਣ ਇਹਨਾਂ ਦੀ ਆਪਸ ਵਿੱਚ ਹੀ ਗੱਲਬਾਤ ਨਿਬੜ ਗਈ ਭਾਰਤ ਸਰਕਾਰ ਦੀ ਤੇ ਤਾਲਿਬਾਨ ਦੀ, ਜਿੱਦਣ ਆਪਸ ਵਿੱਚ ਹੀ ਇਹਨਾਂ ਦਾ ਰਾਜੀਨਾਮਾ ਜਿਹਾ ਹੋ ਗਿਆ ਜਾਂ ਕਿਸੇ ਗੱਲ ਤੇ ਸਹਿਮਤੀ ਬਣ ਗਈ, ਜਿੱਦਣ ਮਾਨਤਾ ਦੇਤੀ, ਇਹਨਾਂ ਨੇ ਫਿਰ ਦੂਜੇ ਪਾਸੇ ਨੂੰ ਹੋ ਜਾਣਾ ਕਿ ਨਹੀਂ ਜੀ ਇੰਨੇ ਵੀ ਮਾੜੇ ਨਹੀਂ ਹੈਗੇ ਤੇ ਇਹ ਤਾਂ ਚੰਗੇ ਬੰਦੇ ਨੇ, ਠੀਕ ਆ ਉਦੋਂ ਇਹਨਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ, 20 ਸਾਲ ਪਹਿਲਾਂ ਵਾਲਾ ਤਾਲਿਬਾਨ ਨਹੀਂ ਰਿਹਾ ਜੀ, ਇਹ ਸੁਧਰ ਗਿਆ, ਮਤਲਬ ਇਦਾਂ ਦੀਆਂ ਗੱਲਾਂ ਕਰਕੇ ਜਿਹੜੇ ਵਿਚਾਰੇ ਇਹਨਾਂ ਦੇ ਮਗਰ ਲੱਗ ਕੇ ਲੋਕਾਂ ਨਾਲ ਬਹਿਸਦੇ ਰਹੇ, ਲੜਦੇ ਰਹੇ। ਕਿਉਂਕਿ ਕਈ ਬੰਦੇ ਹੁੰਦੇ ਆ ਜਿਹੜੇ ਐਵੇਂ ਪਰੇ ਪੰਚਾਇਤ ਵਿੱਚ ਬਹਿ ਕੇ ਵੀ ਯਾਰ ਟੈਲੀਵਿਜ਼ਨ ਤੇ ਆਇਆ, ਅਖਬਾਰ ਤੇ ਆਇਆ। ਸੋ ਜਿਹੜਾ ਟੈਲੀਵਿਜ਼ਨ ਤੇ ਅਖਬਾਰਾਂ ਦੇ ਰਾਹੀਂ ਮੀਡੀਆ ਦੇ ਰਾਹੀਂ ਤਾਲਿਬਾਨ ਨੂੰ ਇੰਨਾ ਭਿਆਨਕ ਭੈੜਾ ਤੇ ਮਾੜਾ ਦਰਸਾਇਆ ਗਿਆ ਸੀ, ਉਸੇ ਮੀਡੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਵੀ ਦਰਸਾਇਆ ਜਾ ਸਕਦਾ। ਮੇਰਾ ਅੱਜ ਦਾ ਜਿਹੜਾ ਇਹ ਆਪਣੀ ਚਰਚਾ ਆ ਉਹ ਇਸੇ ਮਸਲੇ ਤੇ ਆ ਕਿ ਭਾਰਤੀ ਮੀਡੀਆ ਜਿਹੜਾ ਹੈ ਉਹਦੇ ਮਗਰ ਲੱਗ ਕੇ ਆਪਾਂ ਨੂੰ ਫੈਸਲੇ ਕਦੇ ਨਹੀਂ ਕਰਨੇ ਚਾਹੀਦੇ। ਇਹ ਮੀਡੀਆ ਤਾਂ ਪਤਾ ਹੀ ਨਹੀਂ ਕਦੋਂ ਕਿੱਧਰ ਨੂੰ ਚੱਲ ਪਵੇ, ਤੇ ਜਿਹੜੀਆਂ ਕੌਮਾਂ ਨੇ ਆਪਦੇ ਹੱਕ ਲੈਣੇ ਹੋਣ, ਜਿਨ੍ਹਾਂ ਕੌਮਾਂ ਦੇ ਭਾਰਤ ਨਾਲ ਪੇਚਾ ਪਿਆ ਹੋਵੇ, ਉਹਨਾਂ ਨੂੰ ਭਾਰਤੀ ਮੀਡੀਆ ਤੇ ਨਹੀਂ ਯਕੀਨ ਕਰਨਾ ਚਾਹੀਦਾ, ਉਹਨਾਂ ਨੂੰ ਆਪਦੀ ਕੌਮ ਦੇ ਉੱਤੇ, ਕੌਮ ਦੇ ਆਗੂਆਂ ਉੱਤੇ ਯਕੀਨ ਕਰਨਾ ਚਾਹੀਦਾ। ਕੱਲ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਇੱਕ ਖਬਰ ਸੀ, ਉਹਦੇ ਵਿੱਚ ਇਹ ਸੀਗਾ ਕਿ ਤਾਲਿਬਾਨ ਦਾ ਸੁਪਰੀਮ ਲੀਡਰ ਕੰਧਾਰ ਪਹੁੰਚ ਗਿਆ ਵਾ ਤੇ ਸਰਕਾਰ ਗਠਨ ਕਰਨ ਦੇ ਯਤਨ ਹੁਣ ਤੇਜ਼ ਹੋ ਰਹੇ ਨੇ। ਇਸਲਾਮਕ ਅਮੀਰਾਤ ਅਫਗਾਨਿਸਤਾਨ ਦਾ ਸੁਪਰੀਮ ਲੀਡਰ ਮੁੱਲਾ ਹਿੱਬਤੁੱਲਾ ਅਖੂਨਜ਼ਾਦਾ ਕਿਸੇ ਅਣਪਛਾਤੀ ਥਾਂ ਤੋਂ ਕੰਧਾਰ ਪਹੁੰਚ ਗਿਆ ਹੈ। ਰਿਪੋਰਟਾਂ ਮੁਤਾਬਕ ਉਸਨੇ ਕੰਧਾਰ ਸੂਬੇ ਦੇ ਕੁਝ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਜਲਦੀ ਹੀ ਤਾਲਿਬਾਨ ਉਸ ਵੱਲੋਂ ਬਿਆਨ ਜਾਰੀ ਕਰੇਗਾ। ਤਾਲਿਬਾਨ ਦੇ ਇਸ ਚੋਟੀ ਦੇ ਆਗੂ ਦੀ ਦੁਨੀਆ ਨੇ ਇੱਕ ਵੀ ਫੋਟੋ ਹਾਲੇ ਤੱਕ ਨਹੀਂ ਦੇਖੀ। ਉਹ ਜਲਦੀ ਹੀ ਕਾਬਲ ਆ ਸਕਦਾ ਹੈ ਤੇ ਹੋਰਨਾਂ ਤਾਲਿਬਾਨ ਆਗੂਆਂ, ਸਿਆਸਤਦਾਨਾਂ ਨਾਲ ਮੀਟਿੰਗ ਕਰ ਸਕਦਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦਾ ਸਹਿ ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਵੀ ਕੰਧਾਰ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਕਿ ਤਾਲਿਬਾਨ ਆਪਣਾ ਪ੍ਰਸ਼ਾਸਨ ਕੰਧਾਰ ਤੋਂ ਚਲਾਏਗਾ। ਮੁੱਲਾ ਦੇ ਪਹੁੰਚਣ ਤੋਂ ਬਾਅਦ ਸਰਕਾਰ ਗਠਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਸੀ
कि कैबिनेट 2 हफ्तिਆਂ ਵਿੱਚ गठित की जा सकती। ਜਿਹੜੀ ਆ खबर मैं ਸਾਂਝੀ ਕੀਤੀ ਆ, ਇਹਦੇ ਵਿੱਚ ਇੱਕ बड़ा अहम लाइन आई सी कि दुनिया ने अजे तक इस सुप्रीम लीडर मुल्ला हिबातुल्ला अखनूजादा दी कोई फोटो नहीं देखी। हुण किवें तालिबान जिन्हां नूं सारी दुनिया विच खास तौर ते भारती चैनलों के उत्ते 18वीं सदी के पछड़े हुए लोग, बेकार, जाहिल, गवार, बहुत भैड़े जी मीडिया के हिसाब नाल जानी कि जिन्ने को भैड़े दिखाए गए ने, उन्होंने तो फिर अगली नहीं होनी चाहिए कोई, वो तो बेवकूफ ते बेअकल बंदे होने चाहिए ने। पर जिहड़े तत्थ ने वो कमाल की गल दसदे आ, जिन्होंने इन्नी अकल आ, इन्नी समझ आ कि आपदे लीडर की एक फोटो तक नहीं आउण दित्ती उन्होंने, जिन्होंने इन्नी समझ आ कि अमेरिका वर्गी वर्ल्ड पावर के नाल किवें डील करना ते अखीर आपदी सत्ता जिहड़ी आ वो किवें इत्थे हथियाउणी है। जेकर पंजशीर दियां पहाड़ियां वाले इलाके च बगावत हुई, ਉਹਨੂੰ भी उन्होंने मसूद नाल किवें हैंडल करना, जिन्होंने ये समझ आ, जिन्होंने ये समझ आ कि पहला आम माफी दिते बगैर असीं लोकां दा भरोसा नहीं जित सकते, जिन्होंने ये समझ आ बई इंडिया समेत हर मुल्क के लोकां नाल, हर मुल्क के जिहड़ियां सरकारां ने उन्हां नाल चंगे संबंध बनाउणे, उन्होंने यह कहना कि उन्होंने तो अकल ही नहीं, ये तो फिर यह कहने वाला बेअकल हो सकता। सो जिहड़ा भारती मीडिया जिहड़ा इन्ने दिनों तो रंडी रोना पाई बैठा भी वो तो जी अजड ने, बेवकूफ ने, जाहिल ने, गवार ने, उसे मीडिया ने खबर दी आ भी अज तक उन्होंने सुप्रीम लीडर मुल्ला हिबातुल्ला अखनूजादा की किसी फोटो नहीं उन्होंने आउण दित्ती। कमाल की गल। ਇਹ ਜਿੱਥੇ ਭਾਰਤੀ ਮੀਡੀਆ ਦੇ ਦੋਗਲੇਪਣ ਨੂੰ ਜਾਂ ਨਿਕੰਮੇਪਣ ਨੂੰ ਜਾਂ ਇਹਨਾਂ ਦੇ ਜਾਹਿਲ ਹੋਣ ਨੂੰ, ਗਵਾਰ ਹੋਣ ਨੂੰ ਭਾਰਤੀ ਮੀਡੀਆ ਦੇ ਨੂੰ, ਇਹ ਅਕਲ ਤਾਂ ਤੁਹਾਨੂੰ ਨਹੀਂ, ਉਹਨਾਂ ਨੂੰ ਤਾਂ ਪਤਾ, ਤੇ ਉਹਨਾਂ ਨੂੰ ਇਹ ਵੀ ਪਤਾ ਵੀ ਹਥਿਆਰ ਚਾਹੇ ਸਾਡੇ ਅਮਰੀਕਾ ਦੇ ਸਾਹਮਣੇ ਪੂਰੀ ਤਰ੍ਹਾਂ ਕਾਮਯਾਬ ਨਾ ਵੀ ਹੋਣ ਪਰ ਅਸੀਂ ਲੜਨਾ ਹੈ। ਤੇ ਉਹ ਅੱਜ ਜਦੋਂ ਆਹ ਸਮਾਂ ਉਹਨਾਂ ਦੇ ਹੱਕ 'ਚ ਆਇਆ, ਹਥਿਆਰਾਂ ਨਾਲ ਲੈਸ ਹੋ ਕੇ 10-11 ਅਗਸਤ ਦੇ ਨੇੜੇ ਕੰਮ ਚੱਲਿਆ ਸੀ। ਅੱਜ 31 ਅਗਸਤ ਦੇ ਨੇੜੇ ਜਦੋਂ ਅਸੀਂ ਦੇਖਦੇ ਹਾਂ 20-22 ਦਿਨਾਂ ਦੇ ਵਿੱਚ ਦੁਨੀਆ ਹਿਲਾ ਕੇ ਰੱਖਤੀ। ਇੱਕ ਕਾਮਰੇਡਾਂ ਦੀ ਕਿਤਾਬ ਜੀ, ਕਈ ਵਾਰੀ ਟਾਈਟਲ ਜਿਹਾ ਦੇਖੀਦਾ, ਉੱਤੇ ਲਿਖਿਆ ਹੁੰਦਾ 10 ਦਿਨ ਜਿਨ੍ਹਾਂ ਦੁਨੀਆ ਬਦਲ ਦਿੱਤੀ। ਤੇ ਉਵੇਂ ਦੀ ਕੋਈ ਕਿਤਾਬ ਕੱਲ ਨੂੰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਦੀ ਇਸ ਚੜ੍ਹਤ ਬਾਰੇ ਵੀ ਆ ਸਕਦੀ ਹੈ ਕਿ 20 ਦਿਨ, ਕਿਉਂਕਿ 10-11 ਤਰੀਕ ਨੂੰ ਕੰਮ ਜਾ ਸ਼ੁਰੂ ਹੋਇਆ ਸੀ ਤੇ ਉਹਨਾਂ ਉਦੋਂ ਕਹਿ ਦਿੱਤਾ ਸੀ ਵੀ 31 ਅਗਸਤ ਤੱਕ ਅਮਰੀਕਾ ਜਿਹੜਾ ਹੈਗਾ ਉਹ ਇੱਥੋਂ ਚਲੇ ਜਾਊ। ਅਮਰੀਕਾ ਚਲੇ ਗਿਆ ਤੇ ਅੱਜ ਸਾਰੇ ਸੰਸਾਰ ਨੂੰ ਪਤਾ ਹੈ ਕਿ ਹੁਣ ਅਮਰੀਕਾ ਜਾਂ ਕੋਈ ਵੀ ਹੋਰ ਹੁਣ ਅਫਗਾਨਿਸਤਾਨ ਦੇ ਵਿੱਚ ਕੀ ਹੋਣਾ, ਕਿਵੇਂ ਹੋਣਾ, ਉਹ ਸਾਰਾ ਕੁਝ ਹੁਣ ਤਾਲਿਬਾਨ ਦੇ ਹੱਥ 'ਚ। ਜਿਨ੍ਹਾਂ ਨੂੰ ਸਾਰੇ ਜਿਹੜੇ ਭਾਰਤੀ ਮੀਡੀਆ ਵਾਲੇ ਆ ਲੋਕਾਂ ਨੂੰ ਇਹ ਦੱਸਣ ਤੇ ਲੱਗੇ ਹੋਏ ਨੇ ਕਿ ਬੜੇ ਮਾੜੇ ਬੰਦੇ ਆ, ਮਾੜੇ ਆ ਚੰਗੇ ਆ ਜੀ। ਆਪਦੇ ਮੁਲਕ ਦੇ ਵਿੱਚ ਉਹਨਾਂ ਨੇ जंग भी लड़ी, आपदे विश्वास लई, आपदे अकीदे लई उन्होंने संघर्ष किया ते अखीर वो कामयाब होए। जिवें 1984 तो बाद साडे जदों खाड़कू संघर्ष चलिया, कई जुझारूआं नूं लोकां ने ये गल्लां सवाल करने कि तुहानूं पता नहीं सीगा भी एड्डी वड्डी इंडियन स्टेट आ, किड्डे उहदे कोले हथियार ने, किड्डी वड्डी वो फौजी ताकत आ, ते तुसीं चक के पिस्तौलियां जिहियां तुर पे उहदे नाल लड़न, ਤੇ ਏਦਾਂ ਕਿਤੇ ਮੁਲਕ ਬਣਦੇ ਹੁੰਦੇ ਆ। ਤੇ ਜਿਹੜੇ ਖਾੜਕੂ ਸਿੰਘ ਸੀ, ਖਾਲਿਸਤਾਨੀ ਜੁਝਾਰੂ ਸੀ, ਉਹਨੂੰ ਜਵਾਬ ਇਹੀ ਬਣਦਾ ਸੀਗਾ ਕਿ ਭਾਈ ਸਾਨੂੰ ਤਾਂ ਪਤਾ ਸੀ, ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਇੰਡੀਆ ਦੀ ਫੌਜੀ ਤਾਕਤ ਦੇ ਸਾਹਮਣੇ ਸਾਡੀ ਪੂਰੀ ਦੀ ਪੂਰੀ ਸਿੱਖ ਕੌਮ ਦੀ ਜਿਹੜੀ ਆ ਸ਼ਕਤੀ, ਜੇ ਤਾਕਤ 'ਚ ਸਾਡੇ ਸਾਰਿਆਂ ਕੋਲ ਵੀ ਹਥਿਆਰ ਹੁੰਦੇ ਤਾਂ ਸ਼ਾਇਦ ਅਸੀਂ फिर भी घाटे वाली पासे होंगे। पर जिहड़ी जंग आ वो 1984 वाली भी बेमेची सी, कोई मुकाबला थोड़ी सी। एक पासे 200-300 500 ला लो, 1000 ला लो, वो जुझारू बिरती वाला गुरसिख प्यारा जिहदे कोले 303 दियां गन्नां ने,
ਤੇ ਜਿਹਦੇ ਕੋਲੇ ਚੱਜ ਹਾਲ ਦਾ ਪੂਰਾ ਹਸਲਾ ਵੀ ਨਹੀਂ, ਕੋਈ ਟੈਂਕ ਨਹੀਂ, ਕੋਈ ਬੜਾ ਵੱਡਾ ਤੋਪ ਤਾਪ ਨਹੀਂ ਹੈਗੀ। ਦੂਜੇ ਪਾਸੇ ਇੰਡੀਅਨ ਮਿਲਟਰੀ ਜਿਹੜੀ ਸੁਪਰ ਪਾਵਰਾਂ ਦੇ ਵਿੱਚ ਆਉਂਦੀ ਆ, ਭਾਰਤ ਦੀ ਫੌਜੀ ਸ਼ਕਤੀ ਬੜੀ ਕਮਾਲ ਦੀ ਮੰਨੀ ਜਾਂਦੀ, ਪਰ ਅਗਲਿਆਂ ਨੇ ਲੜ ਕੇ ਦਿਖਾਤਾ ਤੇ ਸ਼ਹੀਦੀਆਂ ਪਾ ਕੇ ਭਾਰਤੀ ਫੌਜ ਨੇ ਬੇਸ਼ੱਕ ਇੱਥੇ ਬਹੁਤ ਸਾਰੇ ਸਿੰਘ ਸ਼ਹੀਦ ਕਰਤੇ, ਬਹੁਤ ਸਾਰੇ ਫੜੇ ਗਏ, ਬਹੁਤ ਸਾਰੇ ਨਿਕਲ ਗਏ, ਪਰ ਭਾਰਤੀ ਫੌਜ ਦੀ ਇਹ ਜਿਹੜੀ ਕਾਰਵਾਈ ਸੀ, ਭਾਰਤ ਦੀ ਇਹ ਜਿਹੜੀ ਜੰਗ ਸੀ, ਇਹਦੇ ਵਿੱਚ ਖਾਲਸਾ ਜੇਤੂ ਰਿਹਾ। ਹੁਣ ਕਈ ਕਹਿਣਗੇ ਜੀ ਇਹ ਕਿਹੋ ਜੀ ਜਿੱਤ ਹੋਈ ਜਿਹਦੇ ਚ ਆਪਦਾ ਸਾਰਾ ਨੁਕਸਾਨ ਕਰਾ ਲਿਆ, ਤੇ ਫਿਰ ਕਹਿੰਦੇ ਆ ਜਿੱਤ। ਹਾਰ ਹੋ ਜਾਣੀ ਹਾਰ ਨਹੀਂ ਹੁੰਦੀ, ਹਾਰ ਮੰਨ ਲੈਣੀ ਹਾਰ ਹੁੰਦੀ। ਜਿਹੜੇ ਅਕਾਲ ਤਖਤ ਸਾਹਿਬ ਦੀ, ਸੰਤ ਭਿੰਡਰਾਂ ਵਾਲਿਆਂ ਦੀ, ਹੋਰ ਜੁਝਾਰੂਆਂ ਦੀ ਸ਼ਹਾਦਤ ਹੋਈ, ਇਸ ਤੋਂ ਪਹਿਲਾਂ ਤਾਂ ਬੜੇ ਘੱਟ ਲੋਕ ਸੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ, ਬਹੁਤ ਘੱਟ ਲੋਕ ਸੀ। ਪਰ ਇਸ ਦਿਨ ਤੋਂ ਬਾਅਦ ਵਿੱਚ ਕੋਈ ਬਿਰਲਾ ਹੀ ਰਹਿ ਗਿਆ ਜਿਹੜਾ ਖਾਲਿਸਤਾਨ ਦਾ ਹਾਮੀ ਨਾ ਹੋਵੇ। ਇਹ ਸੀ ਜਿੱਤ। ਇੱਕ ਵਾਰੀ ਡਾਕਟਰ ਜਗਜੀਤ ਸਿੰਘ ਚੌਹਾਨ ਦੀ ਇੱਕ ਇੰਟਰਵਿਊ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਨਾ, ਮਾਇਆ ਮੈਗਜ਼ੀਨ ਨਿਕਲਦਾ ਸੀ ਮਾਇਆ, ਉਹਦੇ ਵਿੱਚ ਇੰਟਰਵਿਊ ਛਪੀ, ਸਵਾਲ ਜਵਾਬ ਬੜੇ ਕਰਾਰੇ ਸੀ। 1985 ਦੀ ਗੱਲ ਆ। ਉਹ ਕਹਿੰਦੇ ਬਈ ਤੁਸੀਂ ਦੱਸੋ ਜੀ, ਜੇ ਕੱਲ ਕਲਾਂ ਨੂੰ ਖਾਲਿਸਤਾਨ ਬਣ ਗਿਆ ਤਾਂ ਇਹਦਾ ਜਿਹੜਾ ਇਹਨੂੰ ਬਣਾਉਣ ਦਾ ਸਿਹਰਾ, ਜਿਵੇਂ ਉਹ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਕਹਿੰਦੇ ਆ ਇੰਡੀਆ ਵਾਲੇ, ਤੁਸੀਂ ਕੀ ਕਹੋਗੇ, ਕਿਹਨੂੰ ਮੰਨੋਗੇ, ਕਿਹਨੇ ਬਣਾਇਆ ਦਾ? ਉਹ ਕਹਿੰਦਾ ਜੀ ਇੰਦਰਾ ਗਾਂਧੀ। ਕਹਿੰਦਾ ਇੰਦਰਾ ਗਾਂਧੀ ਤਾਂ ਦੇ ਖਿਲਾਫ ਰਹੀ ਆ। ਕਹਿੰਦਾ ਗੱਲ ਇਹ ਆ ਵੀ 1971 ਤੋਂ ਮੈਂ ਲੱਗਿਆ ਰਿਹਾ ਵੀ ਖਾਲਿਸਤਾਨ ਚਾਹੀਦਾ, 1978 ਤੋਂ ਦਲ ਖਾਲਸਾ ਵਾਲਿਆਂ ਨੇ ਝੰਡਾ ਚੱਕ ਲਿਆ, ਫਿਰ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਨੇ ਵੀ ਖਾਲਿਸਤਾਨ ਦੀ ਗੱਲ ਕੀਤੀ, ਫਿਰ ਬੱਬਰ ਖਾਲਸਾ ਨੇ ਜਦੋਂ 35 ਕਤਲਾਂ ਦੀ ਜ਼ਿੰਮੇਵਾਰੀ ਲਈ ਉਦੋਂ ਖਾਲਿਸਤਾਨ ਦੀ ਵੀ ਗੱਲ ਕੀਤੀ। ਸੰਤ ਭਿੰਡਰਾਂ ਵਾਲੇ ਵੀ ਕਹਿੰਦੇ ਰਹੇ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਪਰ ਸੱਚੀ ਗੱਲ ਇਹ ਆ ਵੀ ਅਸੀਂ ਚਾਹੇ ਜਥੇਬੰਦੀਆਂ ਸੀ, ਚਾਹੇ ਬਾਬਾ ਜਰਨੈਲ ਸਿੰਘ ਸੀ, ਲੋਕਾਂ ਦੇ ਮਨਾਂ 'ਚ ਖਾਲਿਸਤਾਨ ਵੱਜਦਾ ਨਹੀਂ ਸੀਗਾ। ਤੇ ਸ਼ੁਕਰ ਆ ਇੰਦਰਾ ਗਾਂਧੀ ਦੇ, ਜਿਹਨੇ 5 ਜੂਨ ਨੂੰ ਉਹ ਕਰਤੂਤ ਕੀਤੀ ਕਿ 6 ਜੂਨ ਨੂੰ ਜਿਹਨੇ ਵੀ ਸੁਣਿਆ ਕਿ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ, ਉਹ ਸਾਰੇ ਖਾਲਿਸਤਾਨੀ ਬਣ ਗਏ, ਖਾਲਿਸਤਾਨ ਦੇ ਰਾਹ ਪੈ ਗਏ, ਤੇ ਇੰਦਰਾ ਦੇ ਗਨਮੈਨ ਵੀ ਖਾਲਿਸਤਾਨੀ ਬਣ ਗਏ। ਦੂਜਾ ਸਵਾਲ ਸੀ ਵੀ ਜੇਕਰ ਰਾਜੀਵ ਗਾਂਧੀ ਦੀ ਗੱਲ ਕਰੀਏ, ਉਹ ਕਹਿੰਦਾ ਵੀ ਜਿਹੜਾ ਖਾਲਿਸਤਾਨ ਦਾ ਵਿਰੋਧੀ ਉਹ ਸਿੱਖਾਂ ਦਾ ਵਿਰੋਧੀ ਹੋਊਗਾ, ਉਹੀ ਰਾਜੀਵ ਗਾਂਧੀ ਨੂੰ ਮਾਰੂਗਾ। ਉਹ ਕਹਿੰਦੇ ਜੀ ਉਹਦੇ ਰਾਜ ਵਿੱਚ ਤਾਂ ਜ਼ੁਲਮ ਬੜਾ ਹੋ ਰਿਹਾ। ਕਹਿੰਦਾ ਮੈਂ ਤਾਂ ਚਾਹੁੰਦਾ ਹੈਗਾ ਕਿ ਲਗਾਤਾਰ 4 ਵਾਰੀ ਇਹਦਾ ਰਾਜ ਆਵੇ, 20 ਸਾਲ ਰਾਜ ਕਰੇ। 20 ਸਾਲ ਦੇ ਵਿੱਚ ਇਹ ਬੰਦਾ ਜਦੋਂ ਲਗਾਤਾਰ ਰਾਜ ਕਰੂਗਾ ਫੇਰ ਸਾਡਾ ਕੰਮ ਸੌਖਾ ਹੁੰਦਾ। ਉਹ ਕਹਿੰਦੇ ਜੀ ਇਹ ਤਾਂ ਜ਼ੁਲਮ ਤਾਂ ਇੰਨੇ ਹੁੰਦੇ ਆ ਇਹਦੇ ਰਾਜ ਵਿੱਚ। ਰਾਜੀਵ ਰੇ ਤੇ ਰਵੈਰੋ ਦੀ ਤਿੱਕੜੀ ਨੇ ਜੋ ਇੱਥੇ ਗਦਰ ਬਚਾਇਆ ਪਿਆ, ਤੇ ਤੁਸੀਂ ਕਹਿੰਦੇ ਹੋ ਜੀ ਇਹਦਾ ਰਾਜ ਰਹਿਣਾ ਚਾਹੀਦਾ। ਤਾਂ ਚੌਹਾਨ, ਡਾਕਟਰ ਚੌਹਾਨ ਕਹਿੰਦਾ ਗੱਲ ਇਹ ਹੈ ਜੀ, ਕਹਿੰਦਾ ਵੀ ਜਿਹੜਾ ਵੀ ਸਿੱਖ ਆ ਨਾ, ਜਦੋਂ ਉਹਨੂੰ ਜਲੀਲ ਕੀਤਾ ਜਾਂਦਾ, ਉਹਨੂੰ ਪੁਲਿਸ ਵਾਲੇ ਨਾਕੇ ਤੇ ਘੇਰ ਕੇ ਉਹਦੀ ਬੇਇੱਜ਼ਤੀ ਕਰਦੇ ਆ ਜਾਂ ਐਵੇਂ ਸੱਦ ਕੇ ਚਾਹ ਚਪੇੜਾ ਮਾਰਦੇ ਆ, ਸ਼ੱਕ ਦੇ ਆਧਾਰ ਤੇ ਉਹਨੂੰ ਪਰੇਸ਼ਾਨ ਕਰਦੇ ਆ, ਫਿਰ ਉਹ ਘਰੇ ਨਹੀਂ ਮੁੜਦਾ, ਫਿਰ ਉਹ ਗਨ ਚੱਕ ਲੈਂਦਾ। ਜਿਹੜਾ ਮੁੰਡਾ ਅੱਜ 1 ਸਾਲ ਦਾ ਉਹ 20 ਸਾਲ ਦਾ ਹੋਊਗਾ ਜੇ ਲਗਾਤਾਰ ਇਹਦਾ 4 ਵਾਰੀ ਰਾਜ ਆ, ਜੇ 5-5 ਸਾਲ ਇੰਡੀਆ 'ਚ ਰਾਜ ਰਹਿੰਦਾ। 20 ਸਾਲ ਜਾਣੀ ਕਿ 20 ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਹੋਣਾ ਸਾਡੀ ਕੌਮ ਦਾ ਜਿਹੜਾ ਇੱਕ ਵਾਰੀ ਥਾਣੇ ਨਾ ਗਿਆ ਹੋਵੇ। ਤੇ ਜਿਹੜਾ ਥਾਣੇ ਜਾ ਆਉਂਦਾ ਫਿਰ ਉਹ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਵਿੱਚ ਹੀਰੋ ਬਣ ਕੇ ਆਉਂਦਾ ਮੈਦਾਨ 'ਚ। ਤੇ ਜਦੋਂ ਪੂਰੀ ਦੀ ਪੂਰੀ ਕੌਮ ਲੜਨ ਵਾਲੀ ਹੋਊਗੀ ਉਦੋਂ ਸਾਨੂੰ ਕੌਣ ਹਰਾ ਲੂ। ਤੋ ਇਸ ਕਰਕੇ ਸਾਡੀ ਕੌਮ ਜਿਹੜੀ ਆ ਸਾਰੀ ਖਾਲਿਸਤਾਨ ਦੇ ਰਾਹ ਤੋੜਨ ਵਾਲਾ ਕੰਮ ਜਿਹੜਾ ਰਾਜੀਵ ਗਾਂਧੀ ਕਰ ਰਿਹਾ, ਤੋ ਅਸੀਂ ਕਹਿੰਦੇ ਆ ਵੀ ਇਹਨੂੰ ਮਾਰੋ ਨਾ, ਇਹ ਤਾਂ ਸਗਾ ਤੇ ਵਧੀਆ ਕੰਮ ਕਰ ਰਿਹਾ। ਫਿਰ ਆਖਰੀ ਗੱਲ ਜਿੱਥੋਂ ਆਪਾਂ ਜਿੱਧਰ ਨੂੰ ਜਿਹੜੀ ਗੱਲ ਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ, ਉਹ ਕਹਿੰਦੇ ਬਈ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦੇ ਵਿੱਚ ਖਾਲਿਸਤਾਨ ਜਿਹੜਾ ਹੈ ਵੀ ਉਹਦਾ ਕੰਮ ਜਿਹੜਾ ਹੈ ਉਹ ਕਿਹਨੇ ਸ਼ੁਰੂ ਕਰਾਇਆ? ਉਹ ਕਹਿੰਦਾ ਜੀ ਥਾਣੇਦਾਰ ਇਕਬਾਲ ਸਿੰਘ ਨੇ। ਉਹ ਕਹਿੰਦਾ ਕਿਹੜਾ? ਇਕਬਾਲ ਸਿੰਘ ਲਾਲਪੁਰਾ, ਉਹੀ ਬੀਜੇਪੀ ਵਾਲਾ ਲੀਡਰ ਆ ਜਿਹੜਾ ਪਿਛਲੇ 2 ਮਹੀਨੇ ਪਹਿਲਾਂ ਜਿਹਦੀ ਚਰਚਾ ਹੋਈ ਸੀ, ਕਾਫੀ ਸਾਰੇ ਆਗੂਆਂ ਨੂੰ ਪੱਟ ਕੇ ਲੈ ਗਿਆ ਬੀਜੇਪੀ 'ਚ। ਇਹ ਉਹ ਸ਼ਖਸ ਆ ਜਿਹੜਾ ਬਿਆਸ ਥਾਣੇ ਤੋਂ ਥਾਣੇਦਾਰ ਹੁੰਦਾ ਸੀਗਾ
ਤੇ ਬਾਅਦ ਚ ਤਰੱਕੀਆਂ ਕਰਦਾ ਹੋਇਆ ਏਡੇ ਵੱਡੇ ਅਹੁਦੇ ਤੇ ਪਹੁੰਚਿਆ। ਇਹਨੇ ਜੁਲਾਈ 1982 ਦੇ ਵਿੱਚ ਮਹਿਤਾ ਚੌਂਕ ਟਕਸਾਲ ਦੇ ਕੇਂਦਰ ਤੋਂ ਜਿਹੜੇ ਸਿੰਘ ਗਏ ਸੀ ਉਹਨਾਂ ਦੀ ਜੀਪ ਘੇਰ ਲਈ, ਉਹਨਾਂ ਦੀ ਪੈਰਵਾਈ ਕਰਨ ਗਏ ਬਾਬਾ ਠਾਰਾ ਸਿਉ ਤੇ ਭਾਈ ਅਮਰੀਕ ਸਿੰਘ ਜੀ, ਤੇ ਉਹਨਾਂ ਨੂੰ ਇਹਨਾਂ ਨੇ ਫੜ ਕੇ ਫੇਰ ਉਹਨਾਂ ਤੇ ਵੀ ਪਰਚਾ ਪਾਤਾ। ਸੋ ਇੱਥੋਂ ਸੰਘਰਸ਼ ਚੱਲ ਪਿਆ। ਇਹ ਸੰਘਰਸ਼ ਏਡਾ ਵਧਿਆ ਫੁੱਲਿਆ ਜਿਹੜਾ ਖਾਲਿਸਤਾਨ ਦਾ ਸੰਘਰਸ਼। ਸੋ ਜਿਹੜੀ ਜੰਗ ਆ ਉਹ ਬੰਦਿਆਂ ਨਾਲ ਨਹੀਂ ਜਿੱਤੀ ਜਾਂਦੀ ਵੀ ਇਕੱਲੇ ਬੰਦੇ ਆ, ਨਾ ਇਕੱਲੇ ਹਥਿਆਰਾਂ ਨਾਲ। ਜੰਗ ਸਿਦਕ ਨਾਲ ਜਿੱਤੀ ਜਾਂਦੀ ਹੈ। ਇੱਕ ਜਿਹੜਾ ਹਾਰ ਨਾ ਹੋ ਜਾਣੀ, ਹਾਰ ਹੋ ਜਾਣੀ ਹਾਰ ਨਹੀਂ ਹੁੰਦੀ, ਹਾਰ ਮੰਨ ਲੈਣੀ ਹਾਰ ਹੁੰਦੀ, ਜਿਹੜੀ ਗੱਲ ਕਹੀ ਆ ਉਹ ਇਹ ਹੀ ਬਿਰਤੀ ਹੈ। ਸਾਰੇ ਜੁਝਾਰੂਆਂ ਨੂੰ, ਖਾਲਿਸਤਾਨੀਆਂ ਨੂੰ ਪਤਾ ਸੀਗਾ ਕਿ ਇੰਡੀਆ ਕੋਲੇ ਬੜੀ ਪਾਵਰ, ਪਰ ਇੰਡੀਆ ਦੇ ਖਿਲਾਫ ਜੰਗ ਦੇ ਵਿੱਚ ਆ ਜਾਣਾ, ਇੰਡੀਆ ਦੇ ਸਾਹਮਣੇ ਡਟ ਜਾਣਾ, ਇੰਡੀਆ ਨੂੰ ਲਲਕਾਰ ਲੈਣਾ, ਇਹੀ ਸਭ ਤੋਂ ਪਹਿਲੀ ਜਿੱਤ ਸੀ। ਆਮ ਬੰਦੇ ਦੀਆਂ ਚੀਕਾਂ ਪੈ ਜਾਂਦੀਆਂ, ਨਿੱਕਾ ਜਿਹਾ ਹੌਲਦਾਰ ਦੇਖ ਕੇ ਵੀ ਦਰਾਂ ਚ ਆ ਖੜਿਆ। ਪਰ ਧੰਨ ਦੇ ਸੀ ਉਹ ਸੂਰਮੇ, ਜਦੋਂ ਭਾਰਤ ਦੀ, ਇੰਡੀਆ ਦੀ ਆਰਮੀ ਦੇ ਟੈਂਕ, ਤੋਪਾਂ, ਬੰਬ, ਗੋਲੇ ਦਰਬਾਰ ਸਾਹਿਬ ਦੀ ਪਰਿਕਰਮਾ ਵੱਲ ਨੂੰ ਵੱਧ ਰਹੇ ਸੀ, ਤਾਂ ਵੀ ਉਹਨਾਂ ਨੂੰ ਪਤਾ ਸੀ ਅਗਲੇ ਡੋਲੇ ਨਹੀਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਰਹੇ ਵੀ ਜਿਹਨੇ ਜਾਣਾ ਜਾ ਸਕਦਾ, ਪਰ ਅਗਲੇ ਸਿੱਖੀ ਸੈਦਕ ਕੇਸਾਂ ਸਵਾਸਾਂ ਸੰਗ ਨਿਭਾ। ਬਾਅਦ ਵਿੱਚ ਉਸ ਦਿਨ ਤੋਂ ਬਾਅਦ ਇੰਦਰਾ ਗਾਂਧੀ ਨੇ ਸਾਰੇ ਜਦੋਂ ਕੌਮ ਨੂੰ ਖਾਲਿਸਤਾਨ ਦੇ ਰਾਹ ਤੋਰ ਦਿੱਤਾ, ਫਿਰ ਵੀ ਸਾਡੀ ਕੌਮ ਕੋਲੇ ਬਹਾਨੇ ਸੀਗੇ, ਕਈ ਬੰਦੇ ਸੀਗੇ। ਜੇ ਜੀ ਭਿੰਡਰਾਂ ਵਾਲੇ ਸੰਤਾਂ ਨੇ ਹਥਿਆਰ ਨਾ ਰੱਖੇ ਹੁੰਦੇ ਫੇਰ ਕਾਹਨੂੰ ਹਮਲਾ ਹੋਣਾ ਸੀ, ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸੀ। ਇਹਨਾਂ ਸਾਰਿਆਂ ਦਾ ਜਵਾਬ ਉਹਨਾਂ ਨੂੰ ਮਿਲਿਆ ਨਵੰਬਰ 1984 ਨੂੰ। ਲੋਕ ਪੁੱਛਣ ਵੀ ਤੁਸੀਂ ਕਹਿੰਦੇ ਸੀਗੇ ਦਰਬਾਰ ਸਾਹਿਬ ਤੇ ਹਮਲਾ ਤਾਂ ਕੀਤਾ ਕਿਉਂਕਿ ਭਿੰਡਰਾਂ ਵਾਲੇ ਸੰਤ ਹਥਿਆਰ ਰੱਖੀ ਬੈਠੇ। ਆ ਜਿਹੜੇ ਬਾਜ਼ਾਰਾਂ ਚੋਂ ਧੂ ਧੂ ਕੇ ਗਲਾਂ 'ਚ ਟਾਇਰ ਪਾ ਕੇ ਸਾੜੇ ਜਾ ਰਹੇ ਆ, ਬੱਚੀਆਂ ਤੇ ਜ਼ੁਲਮ ਹੋ ਰਿਹਾ, ਜਾਇਦਾਦਾਂ ਸਾੜੀਆਂ ਜਾ ਰਹੀਆਂ, ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿਸੇ ਨੂੰ ਵੀ ਇੱਥੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਨਾਂ ਦੇ ਸਿੰਘ ਜਿਹੜੇ ਆ, ਦੋ ਇੰਦਰਾ ਗਾਂਧੀ ਦੇ ਗਨਮੈਨ ਲੱਗੇ ਆ। ਵੀ ਜਦੋਂ ਮਹਾਤਮਾ ਗਾਂਧੀ ਠੋਕਿਆ ਸੀ ਉਦੋਂ ਤਾਂ ਇਸ ਤਰੀਕੇ ਨਾਲ ਕਤਲੇਆਮ ਹੋਇਆ ਨਾ, ਅੱਜ ਕਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ। ਸੋ ਜਿਹੜੇ ਬੰਦੇ ਕੋਲੇ ਕੋਈ 84 ਦੇ ਜੂਨ ਮਹੀਨੇ 'ਚ ਬਹਾਨਾ ਬਚਿਆ ਸੀ, ਨਵੰਬਰ 'ਚ ਉਹਦੇ ਕੋਲੇ ਕੋਈ ਬਹਾਨਾ ਨਹੀਂ ਸੀ। ਫੇਰ ਕੌਮ ਉੱਠੀ, ਜਾਗੀ, ਖਾਲਿਸਤਾਨੀ ਖਾੜਕੂ ਸੰਘਰਸ਼ ਵਧਿਆ ਫੁੱਲਿਆ, ਸਿਖਰਾਂ ਛੋਈਆਂ। ਉਹਨਾਂ ਦਿਨਾਂ ਦੇ ਵਿੱਚ ਆ ਜਿਹੜੇ ਮੀਡੀਆ ਦੀ ਅੱਜ ਗੱਲ ਕਰਦੇ ਆ, ਇਹ ਮੀਡੀਆ ਉਦੋਂ ਵੀ ਭਕਾਈ ਮਾਰ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਨਗਰ ਅਵਸਥਾ ਦੇ ਵਿੱਚ ਕੁੜੀਆਂ ਫੜੀਆਂ ਗਈਆਂ, ਉਤੋਂ ਆਹ ਹੋ ਗਿਆ ਜੀ, ਆਹ ਹੋ ਗਿਆ ਜੀ। ਪਾਕਿਸਤਾਨੀ ਕਹਿੰਦਾ ਬੜੇ ਫੜੇ, ਪਰ ਅਖੀਰ ਦੇ ਉੱਤੇ ਸਾਰਾ ਝੂਠ ਤੂਫਾਨ ਉਹ ਨੰਗਾ ਹੋ ਗਿਆ। ਫੇਰ ਗੱਲ ਇਹਨਾਂ ਨੇ ਨਵੰਬਰ 84 'ਚ ਕੀਤੀ, ਕਹਿੰਦੇ ਜੀ ਸਿੱਖਾਂ ਨੇ ਜ਼ਹਿਰ ਪਾਤੀ ਆ, ਸਿੱਖਾਂ ਨੇ ਟੈਂਕੀਆਂ 'ਚ ਪਾਣੀ ਵਾਲੀਆਂ 'ਚ ਜ਼ਹਿਰ ਪਾਤੀ ਆ, ਕਹਿੰਦੇ ਰੇਲਾਂ ਭਰੀਆਂ ਆ ਰਹੀਆਂ ਪੰਜਾਬ 'ਚੋਂ ਹਿੰਦੂ ਵੱਢਦੇ, ਕਹਿੰਦੇ ਬਹੁਤ ਕੂੜ ਪ੍ਰਚਾਰ ਕੀਤਾ। ਪਰ ਉਹ ਵੀ ਗੱਲ ਨੰਗੀ ਹੋ ਗਈ ਸਮਾਂ ਪਾ ਕੇ। ਤੇ ਖਾਲਿਸਤਾਨੀ ਖਾੜਕੂ ਸੰਘਰਸ਼ ਦੌਰਾਨ ਪੰਜਾਬ ਤੋਂ ਬਾਹਰ ਇੰਨਾ ਕੁ ਜ਼ਿਆਦਾ ਕੂੜ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਲੱਗਣ ਲਾ ਦਿੱਤਾ, ਪੰਜਾਬ ਤੋਂ ਬਾਹਰਲਿਆਂ ਨੂੰ, ਕਿ ਤੜਕੇ ਉੱਠਦੇ ਆ ਸਿੱਖਾਂ ਦੇ ਮੁੰਡੇ ਬਸ ਹਿੰਦੂਆਂ ਦੀਆਂ ਲੋਥਾਂ ਦੇ ਢੇਰ ਹੀ ਲਾਉਂਦੇ ਫਿਰਦੇ। ਅੱਜ ਵੀ ਕਈ ਜਿਹੜੇ ਨੇ ਉਸ ਕੂੜ ਪ੍ਰਚਾਰ ਦੇ ਅਸਰ ਹੇਠ ਹਾਏ ਜੀ ਬੱਸਾਂ ਚੋਂ ਕੱਢ ਕੇ ਮਾਰਤੇ। ਤੇ ਪੈਂਕੀ ਜਿਹੜਾ ਪੁਲਿਸ ਵਾਲਾ ਵੀ ਆ, ਕੈਟ ਆ, ਉਹ ਕਹਿੰਦਾ ਫਿਰਦਾ ਵੀ ਇਹ ਤਾਂ ਪੁਲਿਸ ਦੇ ਅਫਸਰਾਂ ਨੂੰ ਮੈਂ ਦੱਸ ਦੇਣਾ ਕਿਹਨੇ ਕਿਹਨੇ ਪੀਲੇ ਪਰਨਿਆਂ ਦੇ ਵਿੱਚ ਕਿਵੇਂ ਜਿਹੜੇ ਸੀਗੇ ਨਿਕਲਦੇ ਸੀਗੇ ਥਾਣਿਆਂ ਦੇ ਵਿੱਚੋਂ ਸਾਡੇ ਬੰਦੇ, ਤੇ ਉਹ ਕਿਵੇਂ ਥਾਣਿਆਂ ਦੇ ਵਿੱਚ ਇਹੀ ਵਾਰਦਾਤਾਂ ਕਰਕੇ ਵੜ ਜਾਂਦੇ ਸੀ। ਕੈਟ ਟੋਲਿਆਂ ਬਾਰੇ ਇਜ਼ਹਾਰ ਆਲਮ ਮਰ ਗਿਆ ਜਿਹੜਾ ਬਾਦਲਕਿਆਂ ਦਾ ਜਥੇਦਾਰ ਸੀ। ਤੋ ਇਹ ਜਿਹੜੇ ਕੈਟਾਂ ਦਾ ਕੋਈ ਵਿਰਕ ਸੈਨਾ ਬਣਾਈ, ਕਿਸੇ ਨੇ ਆਲਮ ਸੈਨਾ ਬਣਾਈ, ਕੋਈ ਪੁਲਿਸ ਅਫਸਰ, ਕੋਈ ਵੀ ਪੁਲਿਸ ਜ਼ਿਲ੍ਹਾ ਕੋਈ ਹੈ ਹੀ ਨਹੀਂ ਇਹੋ ਜਿਹਾ। ਹਰੇਕ ਪੁਲਿਸ ਜ਼ਿਲ੍ਹੇ ਦੇ ਵਿੱਚ ਕੈਟ ਸੀ, ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਦੇ ਵਿੱਚ ਬਹਿੰਦੇ ਸੀ, ਸਿੰਘਾਂ ਦੀਆਂ ਗ੍ਰਿਫਤਾਰੀਆਂ ਕਰਾਉਂਦੇ ਸੀ, ਤੇ ਨਾਲ ਦੀ ਨਾਲ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਸਮਰਥਕ ਸੀ, ਨਿਸ਼ਾਨਾ ਇਹ ਸੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਪਾਉਣਾ ਕਿ ਖਾੜਕੂ ਬੜੇ ਮਾੜੇ। ਸੋ ਇਹ ਜਿਹੜੀਆਂ ਵਾਰਦਾਤਾਂ ਕੀਤੀਆਂ ਕਰਾਈਆਂ, ਇਹਨਾਂ ਦੇ ਬਹਾਨੇ ਪੂਰੇ ਭਾਰਤ ਦੇ ਵਿੱਚ ਮੀਡੀਆ ਦੇ ਰਾਹੀਂ
आ हुण किसान संघर्ष दौरान की कुछ हो रहा, किन्ना बदनाम किया गया। 26 जनवरी वाले दिन मीडिया ने की गंद पाया। सो जिहड़ा भारत का मीडिया, इस मीडिया ने हमेशा भारत माता की जय ते बाकी जिहड़ा भी इस भारत माता तो दुखी है, वो जे कोई बोलदा उहनूं इन्हां ने माड़ा ते भैड़ा दर्शाउणा। किसान जिहड़े आ उन्हां नूं कहंदे सी अतवादी आ, उन्हां नूं कहंदे जी बड़े माड़े। ते ਉਹ ਜਿਹੜਾ ਰੋਹ ਰਿਐਕਸ਼ਨ ਆਇਆ, ਉਹ ਰੋਹ ਇਹੀ ਆ ਕਿ ਅੱਜ ਪੰਜਾਬ ਦੇ ਹਰ ਪਿੰਡ ਦੇ ਬਾਹਰ ਬੋਰਡ ਲੈ ਕੇ ਲਾਇਆ ਹੋਇਆ ਹੈ ਕਿ ਕੋਈ ਸਿਆਸੀ ਲੀਡਰ ਸਾਡੇ ਪਿੰਡ 'ਚ ਨਾ ਬਣੇ। ਤੇ ਨਾਲ ਦੀ ਨਾਲ ਹਰ ਰੋਜ਼ ਖਬਰਾਂ ਆਉਂਦੀਆਂ ਨੇ, ਫਲਾਣੇ ਪਿੰਡ ਜੀ ਫਲਾਣਾ ਲੀਡਰ ਘੇਰ ਲਿਆ। ਬੀਜੇਪੀ ਵਾਲਿਆਂ ਦਾ ਤਾਂ ਚਲੋ ਜਿਹੜਾ ਬੁਰਾ ਹਾਲ ਹੁੰਦਾ ਸੋ ਹੁੰਦਾ, ਬਾਦਲ ਦਲ ਨੂੰ ਬੜਾ ਸੀਗਾ ਵੀ ਅਸੀਂ ਤਾਂ ਜੀ ਲੋਕਾਂ ਨੂੰ ਬੇਵਕੂਫ ਬਣਾ ਲਿਆ, ਕਿਉਂਕਿ ਪਹਿਲਾਂ ਤਾਂ ਅਸੀਂ ਨਾਲ ਸੀਗੇ ਪਰ ਬਾਅਦ ਵਿੱਚ ਅਸੀਂ ਪੁੱਠੇ ਸਿੱਧੇ ਜਿਹੇ ਬਿਆਨ ਦੇ ਕੇ ਲੋਕਾਂ ਨੂੰ ਭਰਮਾ ਲਿਆ ਵੀ ਅਸੀਂ ਤਾਂ ਜੀ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ। ਪਰ ਲੋਕ ਕਹਿੰਦੇ ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਬਰਗਾੜੀ ਕਾਂਡ ਕਰਾਇਆ, ਤੁਸੀਂ ਉਹੀ ਹੋ ਜਿਹੜੇ ਡੇਰਾ ਸਰਸਾ ਦੇ ਸਾਥੀ ਹੋ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਸਦਾ ਮੋਦੀ ਦੀ ਬੋਲੀ ਬੋਲੀ ਹੈ, ਤੁਸੀਂ ਉਹੀ ਹੋ ਜਿਹੜੇ ਆਰਐਸਐਸ ਦੇ ਪਿੱਠੂ ਹੋ, ਤੁਸੀਂ ਸਿੱਖੀ ਦਾ ਹਿੰਦੂਕਰਨ ਕੀਤਾ, ਤੁਸੀਂ ਸਿੱਖਾਂ ਦਾ ਜਲੂਸ ਕੱਢਿਆ, ਸਿੱਖਾਂ ਦਾ ਜਿਹੜਾ ਹਰ ਹੀਲੇ ਸਿੱਖੀ ਦਾ ਘਾਣ ਕੀਤਾ ਤੇ ਕਰਾਇਆ। ਸੋ ਇਹ ਸਾਰੀ ਗੱਲਬਾਤ ਨੇ ਜੋ ਕੁਝ ਸਾਡੇ ਸਾਹਮਣੇ ਲਿਆਂਦਾ ਉਹ ਇਹ ਆ ਕਿ ਹਰ ਰੋਜ਼ ਜਿੱਥੇ ਵੀ ਇਹ ਜਾਂਦੇ ਆ ਸੁਖਬੀਰ ਬਾਦਲ ਐਂਡ ਕੰਪਨੀ, ਲੋਕ ਫਿਰ ਠੋਕਵਾਂ ਵਿਰੋਧ ਕਰਦੇ। ਇਹ ਜਿਹੜਾ ਲੋਕਾਂ ਦੀ ਅਸਲੀਅਤ ਆ, ਲੋਕਾਂ ਦਾ ਪੱਖ ਆ, ਇਹ ਅੱਜ ਤਾਂ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਨਵੇਂ ਢੰਗ ਤਰੀਕਿਆਂ ਰਾਹੀਂ ਸਾਹਮਣੇ ਆ ਜਾਂਦਾ, ਪਰ ਬੀਤੇ ਸਮੇਂ ਦੇ ਵਿੱਚ ਭਾਰਤੀ ਮੀਡੀਆ ਜਿਹੜਾ ਸੀ ਉਹ ਸਾਰਾ ਆਪਦੇ ਹਿਸਾਬ ਨਾਲ ਲੋਕਾਂ ਨੂੰ ਮਿਸਗਾਈਡ ਕਰਦਾ ਰਿਹਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਅੱਜ ਇਹ ਸਾਰਾ ਕੁਝ ਚੱਲ ਰਿਹਾ ਤਾਂ ਅਸੀਂ ਇੱਕ ਜ਼ਰੂਰੀ ਬੇਨਤੀ ਇਸ ਪ੍ਰੋਗਰਾਮ ਰਾਹੀਂ ਕਰਨੀ ਚਾਹੁੰਦੇ ਹਾਂ ਕਿ ਜਿਹੜਾ YouTube ਚੈਨਲ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਐਕਟਿਵ ਨੇ, ਇਹਨਾਂ ਰਾਹੀਂ ਸਿੱਖਾਂ ਨੂੰ ਆਪਸ ਵਿੱਚ ਹੀ ਖਾਨਾ ਜੰਗੀ ਕਰਵਾਉਣ ਲਈ ਜਾਂ ਖਾਸ ਤੌਰ ਦੇ ਉੱਤੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਸ਼ਹੀਦ ਹੋਏ ਸਿੰਘ ਜਿਹੜੇ ਨੇ ਉਹਨਾਂ ਦੀ ਕਰਤਾਰ ਕੁਸ਼ੀ ਲਈ ਵਰਤਿਆ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਚੈਨਲਾਂ ਵਾਲੇ ਪਤਾ ਨਹੀਂ ਉਹ ਜਾਣ ਕੇ ਕਰਦੇ ਆ ਜਾਂ ਅਣਜਾਣਪੁਣੇ 'ਚ ਕਰਦੇ ਆ, ਉਹ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਕੋਲ ਜਾਂਦੇ ਆ ਜਾਂ ਕੁਝ ਇਹੋ ਜਿਹੀਆਂ ਇੰਟਰਵਿਊਜ਼ ਕਰਦੇ ਆ ਜਿਹਦਾ ਮੁੱਖ ਮਕਸਦ ਤਾਂ ਹੋਣਾ ਚਾਹੀਦਾ ਸੀ ਕਿ ਉਹ ਦੱਸ ਦੇ ਕਿ ਕਿਵੇਂ ਇੰਡੀਅਨ ਸਟੇਟ ਨੇ ਸਾਡੇ ਉੱਤੇ ਜ਼ੁਲਮ ਕੀਤਾ ਤੇ ਸਾਡੀ ਲੜਾਈ ਕਿਵੇਂ ਜਾਇਜ਼ ਆ, ਕਿਉਂ ਕੌਮ ਜਿਹੜੀ ਆ ਉਹ ਹਥਿਆਰਬੰਦ ਹੋ ਕੇ ਖਾਲਿਸਤਾਨ ਦੇ ਰਾਹ ਪਈ, ਜਾਂ ਅੱਜ ਸਾਨੂੰ ਅੱਜ ਦੇ ਦੌਰ ਵਿੱਚ ਕੌਮ ਦੀ ਲੜਾਈ ਕਿਵੇਂ ਲੜਨੀ ਚਾਹੀਦੀ ਹੈ। ਪਰ ਇਹਨਾਂ ਗੱਲਾਂ ਦੀ ਬਜਾਏ ਜਿਹੜਾ ਮਾਹੌਲ ਸਿਰਜਿਆ ਜਾਂਦਾ ਉਹ ਇਹ ਹੁੰਦਾ ਵੀ ਜਿਹੜਾ ਦੇਖਣ ਵਾਲਾ ਬੰਦਾ ਹੈ ਉਹ ਇਹ ਕਵੇ ਕੋਈ ਓਏ ਇਹ ਤਾਂ ਖਾਲਿਸਤਾਨ ਦੀ ਬਹੁਤ ਮਾੜੀ ਗੱਲ ਸੀ, ਖਾਲਿਸਤਾਨ ਦੀ ਲੜਾਈ। ਪੂਰਾ ਜ਼ੋਰ ਲਾ ਕੇ ਉਹ ਟੀਵੀ ਦੇ YouTube ਚੈਨਲਾਂ ਵਾਲੇ ਜਿਹੜੇ ਸਾਡੇ ਇਹ ਨਵੇਂ ਵਿਚਾਰੇ ਐਂਕਰ ਨੇ, ਪਤਾ ਨਹੀਂ ਜਾਣ ਕੇ ਕਰਦੇ ਆ ਕਿ ਅਣਜਾਣਪੁਣੇ 'ਚ ਕਰਦੇ ਆ, ਪਰ ਮਾਹੌਲ ਇਹੋ ਜਿਹਾ ਸਿਰਜਦੇ ਆ ਕਿ ਬੰਦਾ ਕਦੇ ਵੀ ਖਾੜਕੂ ਬਹੁਤ ਮਾੜੇ ਸੀ, ਖਾੜਕੂਆਂ ਨੇ ਤਾਂ ਬਹੁਤ ਗਲਤੀਆਂ ਕੀਤੀਆਂ, ਖਾੜਕੂਆਂ ਦਾ ਤਾਂ ਨਾਂ ਹੀ ਨਹੀਂ ਲੈਣਾ ਚਾਹੀਦਾ, ਇਹ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਬਹੁਤ ਭੈੜੇ ਨੇ। ਹਰ ਤਰੀਕੇ ਨਾਲ ਜਦੋਂ ਤੁਸੀਂ ਗੱਲ ਇਉਂ ਪੇਸ਼ ਕਰਦੇ ਹੋ ਕਿ ਜਿਹੜਾ ਸਰੋਤਾ ਜਾਂ ਪਾਠਕ ਹੈ ਉਹ ਦੇਖ ਕੇ ਦਰਸ਼ਕ ਇਹ ਮਹਿਸੂਸ ਕਰੇ ਕਿ ਜੀ ਇਹ ਜਿਹੜਾ ਖਾਲਿਸਤਾਨੀ ਸੰਘਰਸ਼ ਹੈ ਇਹ ਪੰਥ ਦੀ ਚੜ੍ਹਦੀ ਕਲਾ ਦੇ ਨਾਂ ਤੇ ਕੁਝ ਹੋਰ ਹੀ ਕਰਦਾ ਕੁਰਦਾ ਰਿਹਾ। ਇਹ ਚੀਜ਼ ਬਹੁਤ ਖਤਰਨਾਕ ਆ। ਇਹ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਏਡੇ ਵੱਡੇ ਸੰਘਰਸ਼ ਵਿੱਚ ਕੁਝ ਗੜਬੜਾਂ ਹੋਈਆਂ ਹੋਣ, ਇਸ ਗੱਲ ਤੋਂ ਇਨਕਾਰੀ ਨਹੀਂ ਹੋਣਾ ਚਾਹੀਦਾ ਕਿ ਕੁਝ ਫੈਸਲੇ, ਕੁਝ ਕਤਲ, ਕੁਝ ਵਾਰਦਾਤਾਂ ਇਹੋ ਜਿਹੀਆਂ ਹੋਈਆਂ ਹੋਣ ਜਿਹੜੀਆਂ ਅੱਜ ਦੇ ਸੰਦਰਭ ਵਿੱਚ ਜਾਂ ਸਮਾਂ ਪਾ ਕੇ ਲੱਗਿਆ ਹੋਵੇ ਕਿ ਇਹ ਚੀਜ਼, ਇਹ ਫੈਸਲਾ ਗਲਤ ਸੀ। ਪਰ ਇਹ ਕਹਿਣਾ ਕਿ ਨਹੀਂ ਜੀ ਇਹ ਤਾਂ ਗਿਣ ਮਿੱਥ ਕੇ ਸਾਰੇ ਦੇ ਸਾਰੇ ਗਲਤ ਕਰਦੇ ਸੀ, ਇਹ ਤਾਂ ਇੰਜ ਸੀ ਤੇ ਉੰਜ ਸੀ, ਇਹਦੇ ਬਾਰੇ ਮੈਂ ਥੋੜੀ ਜੀ ਗੱਲ 18ਵੀਂ ਸਦੀ ਦੇ ਹਿਸਾਬ ਨਾਲ ਕਰਨੀ ਚਾਹੁੰਦਾ। ਜਿਹੜੇ ਉਦੋਂ
दो बड़े घल्लूघारे हुए है। कदे किसी ने कहा बई जेकर कानून दे संभ च ना बैठे रहिंदे कानून मरदे जी। ये जेडे उस टाइम के जरनैल सी जिन्हां ने छंभ दे विच बैठे रहन की गल कीती ना जी, वो गलत सी, गदार सी। नहीं कहा किसी ने, ना कह सकदा। की किसी ने ਵੱਡੇ ਘੱਲੂਘਾਰਾ ਜਿਹੜਾ ਮਲੇਰਕੋਟਲੇ ਤੋਂ ਲੈ ਕੇ ਸਾਡੇ ਬਰਨਾਲੇ ਇਲਾਕੇ ਤੱਕ ਹੋਇਆ, ਕਿਸੇ ਨੇ ਕਿਹਾ ਆਪਾਂ ਨੂੰ ਪਤਾ ਇਤਿਹਾਸਕ ਤੌਰ ਦੇ ਉੱਤੇ ਕਿ ਉੱਥੇ ਸਿੰਘਾਂ ਨੂੰ, ਮੁਖੀ ਸੱਜਣਾ ਨੂੰ ਇਹ ਸੀਗਾ, ਜਰਨੈਲਾਂ ਨੂੰ, ਕਿ ਅਜੇ ਘੱਟੋ ਘੱਟ 2-4 ਦਿਨ ਲੱਗ ਜਾਣੇ ਆ ਅਬਦਾਲੀ ਨੂੰ ਇੱਥੇ ਪਹੁੰਚਦਿਆਂ ਨੂੰ। ਕੈਲਕੂਲੇਸ਼ਨ ਜਿਹੜੀ ਸੀ ਉਹਨਾਂ ਦੀ, ਗਿਣਤੀ ਮਿਣਤੀ ਉਹ ਗਲਤ ਹੋਈ। ਅਬਦਾਲੀ ਛੇਤੀ ਪਹੁੰਚ ਗਿਆ, ਉੱਥੇ ਘੇਰਾ ਪੈ ਗਿਆ ਤੇ ਬੜਾ ਭਾਰੀ ਕੌਮ ਦਾ ਨੁਕਸਾਨ ਹੋਇਆ। ਇੱਕੋ ਝਟਕੇ 'ਚ ਕੌਮ ਦਾ ਏਡਾ ਵੱਡਾ ਨੁਕਸਾਨ ਹੋਇਆ ਕਿ ਅੱਜ ਤੱਕ ਆਪਾਂ ਉਹਨੂੰ ਵੱਡਾ ਘੱਲੂਘਾਰਾ ਕਹਿੰਦੇ ਆ। ਤੀਜਾ ਜਿਹੜਾ ਹੈਗਾ ਇੱਥੇ ਹੋਇਆ ਸਾਡਾ ਅੰਮ੍ਰਿਤਸਰ ਵਾਲਾ। ਸੋ ਜਿਹੜਾ ਘੱਲੂਘਾਰਾ ਹੋਇਆ ਉਹਦੇ ਵਿੱਚ ਚਾਹੇ ਉਹ ਵੱਡੇ ਘੱਲੂਘਾਰੇ ਦੀ ਗੱਲ ਆ, ਚਾਹੇ ਛੋਟੇ ਘੱਲੂਘਾਰੇ ਦੀ ਗੱਲ ਆ, ਕੌਮ ਦਾ ਨੁਕਸਾਨ ਹੋਇਆ ਸੀ, ਸਰੀਰਕ ਤੌਰ ਤੇ ਕਾਫੀ ਨੁਕਸਾਨ ਹੋਇਆ ਸੀ। ਪਰ ਕਦੇ ਕਿਸੇ ਨੇ ਕਿਹਾ ਵੀ ਉਹ ਜਿਹੜੇ ਜਰਨੈਲ ਸੀਗੇ ਜੀ ਉਹ ਗਲਤ ਸੀ, ਉਹਨਾਂ ਦੀ ਕਿਰਦਾਰਕੁਸ਼ੀ ਕਦੇ ਕੀਤੀ ਕਿਸੇ ਨੇ ਉਸ ਵੇਲੇ? ਜਾਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚ ਇੱਥੇ ਘਿਰ ਜਾਂਦੇ ਆ, ਕਦੇ ਕਿਸੇ ਨੇ ਕਿਹਾ ਕਿ ਉਹਨਾਂ ਦੀ ਤਾਂ ਬਹੁਤ ਵੱਡੀ ਗਲਤੀ ਸੀਗੀ, ਉੱਥੇ ਘਿਰ ਕੇ ਬਹਿ ਗਏ, ਐ ਹੋ ਗਿਆ ਹੋ ਗਿਆ? ਹਾਂ, ਨੁਕਸਾਨ ਹੋਇਆ, ਪਰ ਨੁਕਸਾਨ ਉਹਨਾਂ ਦਾ ਕਰਾਉਣ ਦਾ ਕੋਈ ਏਜੰਡਾ ਨਹੀਂ ਸੀ, ਕੋਈ ਮਕਸਦ ਨਹੀਂ ਸੀ, ਕੋਈ ਮੰਤਵ ਨਹੀਂ ਸੀ। ਉਹ ਨੁਕਸਾਨ ਹੋਇਆ, ਉਹ ਜ਼ਰੂਰ ਹੋਇਆ, ਪਰ ਇਹ ਜਿਹੜੇ ਜਰਨੈਲ ਸੀ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਚਾਹੇ ਛੋਟੇ ਘੱਲੂਘਾਰੇ ਵੇਲੇ, ਚਾਹੇ ਵੱਡੇ ਘੱਲੂਘਾਰੇ ਵੇਲੇ, ਇਵੇਂ ਹੀ 1978 ਤੋਂ ਚੱਲੇ ਸੰਘਰਸ਼ ਵਿੱਚ ਜਰਨੈਲਾਂ ਤੋਂ ਜਾਂ ਸਿਪਾਹੀਆਂ ਤੋਂ ਹੋਈਆਂ ਹੋਣਗੀਆਂ ਗਲਤੀਆਂ, ਹੋ ਜਾਂਦੇ ਆ ਫੈਸਲੇ ਗਲਤ, ਪਰ ਇਹਦੇ ਬਹਾਨੇ ਇਹ ਕਹਿਣਾ ਕਿ ਸਾਰੀ ਦੀ ਸਾਰੀ ਲਹਿਰ ਗਲਤ ਹੈ, ਇਹਦੇ ਬਹਾਨੇ ਇਹ ਕਹਿਣਾ ਕਿ ਖਾੜਕੂ ਸੰਘਰਸ਼ ਦੀ ਕੋਈ ਗੱਲ ਹੀ ਨਾ ਕਰੋ ਜੀ, ਇਹ ਤਾਂ ਬਹੁਤ ਮਾੜੇ ਬੰਦੇ ਸੀ, ਇਹ ਬਹੁਤ ਵੱਡੀ ਗੁਸਤਾਖੀ ਹੈ, ਬਹੁਤ ਵੱਡੀ ਗਲਤੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਜਿਹੜੇ ਸਾਡੇ YouTube ਚੈਨਲਾਂ ਦੇ ਸੰਚਾਲਕ ਨੇ, ਜਾਂ ਜਿਹੜੇ ਐਂਕਰ ਨੇ, ਜਾਂ ਜਿਹੜੇ ਦਰਸ਼ਕ ਅੰਨ੍ਹੇਵਾਹ ਇਹਨਾਂ ਦੀ ਹਾਂਜੀ ਹਾਂਜੀ ਕਹਿ ਕੇ ਗੱਲ ਮੰਨੀ ਜਾਂਦੇ ਆ, ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਧੀਰਜ ਨਾਲ, ਠਰਮੇ ਨਾਲ ਇਹ ਸੋਚੋ ਕਿ ਤੁਹਾਡੇ ਇਹਨਾਂ ਪ੍ਰੋਗਰਾਮਾਂ ਦੀ ਇਹ ਬਣਾਈ ਹੋਈ ਰਾਏ ਜਿਹੜੀ ਆ, ਇਹ ਕੌਮ ਦਾ ਫਾਇਦਾ ਕਰੂ ਕਿ ਨੁਕਸਾਨ ਕਰੂ? ਜੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾ ਕੇ ਕੋਈ ਸੋਚਦਾ ਹੈ ਵੀ ਕੌਮ ਦੀ ਮੈਂ ਸੇਵਾ ਕਰ ਰਿਹਾ ਕਿ ਖਾੜਕੂ ਬੜੇ ਭੈੜੇ ਸੀ, ਖਾਲਿਸਤਾਨ ਦਾ ਸੰਘਰਸ਼ ਬੜਾ ਭੈੜਾ ਸੀ, ਖਾਲਿਸਤਾਨ ਦੇ ਸੰਘਰਸ਼ ਦੇ ਪ੍ਰਤੀ ਲੋਕਾਂ ਦੇ ਵਿੱਚ ਗਲਤ ਵਿਚਾਰ ਜਿਹੜੇ ਆ ਉਹ ਪੈਦਾ ਕਰਨੇ ਆ, ਤੇ ਇਹ ਜੇਕਰ ਕੋਈ ਸੋਚ ਰਿਹਾ ਵੀ ਇਹ ਕੋਈ ਚੰਗੀ ਗੱਲ ਆ ਤਾਂ ਉਹਦਾ ਤਾਂ ਫਿਰ ਰੱਬ ਹੀ ਰਾਖਾ। ਇਹ ਤਾਂ ਹੋ ਸਕਦਾ ਕਿ ਆਪਾਂ ਇਸ ਲਹਿਰ ਦਾ ਅਧਿਐਨ ਕਰੀਏ, ਇਹ ਤਾਂ ਹੋ ਸਕਦਾ ਇਸ ਲਹਿਰ ਦਾ ਵਿਸ਼ਲੇਸ਼ਣ ਕਰੀਏ, ਤਾਂ ਕਿ ਜਿਹੜੀਆਂ ਗੜਬੜਾਂ ਕਰਕੇ ਸਾਡਾ ਪਿਛਲੇ ਦੌਰ ਵਿੱਚ ਸਾਤੋਂ ਗਲਤ ਫੈਸਲੇ ਹੋਏ ਉਹ ਦੁਬਾਰਾ ਨਾ ਹੋਣ। ਇਹ ਗੱਲ ਤਾਂ ਹੋਣੀ ਚਾਹੀਦੀ ਹੈ, ਪਰ ਇਹ ਕਹਿਣਾ ਕਿ ਜੀ ਸਾਰੀ ਲਹਿਰ ਗਲਤ, ਸਾਰੇ ਮਾੜੇ, ਇਹ ਤਾਂ ਫਿਰ ਜਿਹੜਾ ਭਾਰਤੀ ਮੀਡੀਆ ਜਿਹਨੇ ਕਮਲ ਕੁੱਟਦਾ, ਸਿੱਖਾਂ ਅਤੇ ਸਿੱਖੀ ਦੇ ਖਿਲਾਫ ਮਾਹੌਲ ਸਿਰਜਦਾ, ਉਵੇਂ ਹੀ ਸਾਡੇ ਇਹ ਭਰਾ ਲੱਗੇ ਹੋਏ ਨੇ। ਸੋ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਸੁਚੇਤ ਹੋਵੋ, ਸਾਵਧਾਨ ਹੋਵੋ। ਹਰ ਉਹ ਚੀਜ਼ ਜਿਹੜੀ ਸਾਡੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਦੇ ਖਿਲਾਫ ਭੁਗਤਦੀ ਆ, ਜਿਹੜੀ ਮਾਹੌਲ ਸਿਰਜਦੀ ਆ ਕਿ ਅਸੀਂ ਆਪਦੇ ਯੋਧਿਆਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਬਣ ਕੇ ਬਹਿ ਜਾਈਏ, ਇਸ ਤਰੀਕੇ ਦੀ ਗੱਲ ਤੋਂ ਸਾਨੂੰ ਸਾਵਧਾਨ ਹੋਣਾ ਪਊ, ਸੁਚੇਤ ਹੋਣਾ ਪਊ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।